ਲੜੀਵਾਰ ਕਥਾ ਰਾਗ ਸੂਹੀ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਅਸ਼ਟਪਦੀਆਂ ਦੀ ਕਥਾ ਰਾਗ ਸੂਹੀ ਵਿੱਚ ਚੱਲ ਰਹੀ ਹੈ। ਚੌਥੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਅਸ਼ਟਪਦੀਆਂ ਸੰਪੰਨ ਹੋਈਆਂ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀਆਂ ਪਾਵਨ ਅਸ਼ਟਪਦੀਆਂ ਪ੍ਰਾਰੰਭ ਹੋ ਰਹੀਆਂ। ਗੁਰਬਾਣੀ ਦਾ ਇੱਕ ਬੜਾ ਨਿਯਮ ਹੈ, ਤੁਸੀਂ ਧਿਆਨ ਨਾਲ ਗੌਰ ਨਾਲ ਵੇਖਣਾ ਕਿ ਜਦੋਂ ਅਸ਼ਟਪਦੀਆਂ ਹੁੰਦੀਆਂ ਜਾਂ ਛੰਤ ਹੁੰਦੇ ਹੈ, ਪਹਿਲਾਂ ਪਹਿਲੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਅਸ਼ਟਪਦੀਆਂ, ਫਿਰ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਦੀਆਂ। ਕਿਉਂਕਿ ਗੁਰੂ ਅੰਗਦ ਸਾਹਿਬ ਜੀ ਨੇ ਸ਼ਬਦ ਨਹੀਂ ਉਚਾਰੇ, ਉਹਨਾਂ ਨੇ ਸ਼ਲੋਕ ਉਚਾਰੇ ਨੇ, ਉਹ ਕੇਵਲ 12 ਚ ਦਰਜ ਨੇ। ਫਿਰ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਅਸ਼ਟਪਦੀਆਂ ਜਾਂ ਛੰਤ, ਫਿਰ ਗੁਰੂ ਰਾਮਦਾਸ ਸਾਹਿਬ ਜੀ ਦੀਆਂ, ਤੇ ਫਿਰ ਮਹਾਰਾਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੀਆਂ। ਇਹ ਨਿਯਮ ਹੈ। ਵੱਡਿਆਂ ਸਤਿਗੁਰਾਂ ਦਾ ਸਤਿਕਾਰ ਕਰਨ ਵਾਸਤੇ ਉਹਨਾਂ ਦੀ ਬਾਣੀ ਪਹਿਲਾਂ ਦਰਜ। ਇਹ ਗੁਰੂ ਅਰਜਨ ਸਾਹਿਬ ਨੇ ਬੜੀ ਸੁੰਦਰ ਤਰਤੀਬ ਬਣਾਈ ਹੈ। ਤੋ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਅਸ਼ਟਪਦੀਆਂ ਉਚਾਰਨ ਕਰ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪੰਜਵਾਂ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਹੈ ਅਸ਼ਟਪਦੀਆਂ ਮਹਾਰਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਦੀਆਂ ਉਚਾਰਨ ਕੀਤੀਆਂ। ਅਸ਼ਟਪਦੀ ਜਿਹਦੇ ਚ 8 ਪਦੇ ਹੋਣ ਉਹਨੂੰ ਅਸ਼ਟਪਦੀ ਕਹਿੰਦੇ। ਐੜਾ ਨਾਲ ਲਾ ਦਿੱਤਾ ਬਹੁ ਵਚਨ ਵੀ ਮਹਾਰਾਜ ਜੀ ਦੀਆਂ ਉਚਾਰਨ ਅਸ਼ਟਪਦੀਆਂ ਅੱਗੇ ਆਉਣਗੀਆਂ। ਇਹਨੂੰ ਅਸ਼ਟਪਦੀ ਜਾਂ ਅਸ਼ਟਪਦੀਆਂ ਏਦਾਂ ਉਚਾਰਨ ਕਰਨਾ। ਸੁਖਮਣੀ ਸਾਹਿਬ ਵਿੱਚ ਵੀ ਤੁਸੀਂ ਪੜ੍ਹਦੇ ਹੋ ਅਸ਼ਟਪਦੀ। ਉੱਥੇ ਕਈ ਵਾਰ ਕਈ ਗੁਰਮੁਖ ਅਸ਼ਟਪਦੀ ਦੀ ਥਾਂ ਤੇ ਹੋਰ ਹੀ ਉਚਾਰਨ ਅਸ਼ਟਪਦੀ ਏਦਾਂ ਉਚਾਰਨ ਗਲਤ ਤਰੀਕੇ ਨਾਲ ਵੀ ਕਰਦੇ। ਅਸ਼ਟ ਥੋੜਾ ਇਕੱਠਾ ਕਰਕੇ ਅਸ਼ਟਪਦੀ। ਅਸ਼ਟਪਦੀਆਂ ਮਹਾਰਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰ ਰਹੇ ਨੇ। ਘਰ ਪਹਿਲੇ ਵਿੱਚ ਪਾਵਨ ਅਸ਼ਟਪਦੀਆਂ ਗਾਇਨ ਕਰਨੀਆਂ। ਮੰਗਲਾਚਰਨ ਕਰਦੇ ਨੇ ਵਾਹਿਗੁਰੂ ਇੱਕ ਹੈ ਓੰਕਾਰ, ਜੋ ਸਭ ਦਾ ਪ੍ਰਕਾਸ਼ਕ ਔਰ ਸਰਬ ਦਾ ਵਿਆਪਕ ਹੈ, ਸਭ ਵਿੱਚ ਵਿਆਪਕ ਔਰ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਰੁੱਝ ਰਹੋ ਵਿਖਿਆ ਕੈ ਸੰਗਾ। ਮਹਾਰਾਜ ਜੀ ਕਹਿੰਦੇ ਆ ਹੇ ਵਾਹਿਗੁਰੂ, ਬੇਨਤੀ ਕਰਦਿਆਂ ਕਹਿਣਾ ਆਪਣੀ ਬੇਨਤੀ ਗੁਰੂ ਪਰਮੇਸ਼ਰ ਦੇ ਚਰਨਾਂ। ਮਹਾਰਾਜ ਮੈਂ ਵਿਸ਼ਿਆਂ ਵਿਕਾਰਾਂ ਦੇ ਸੰਗ ਵਿੱਚ ਉਲਝਿਆ ਹੋਇਆ। ਇਹ ਮਨੁੱਖ ਜਿਹੜਾ, ਇਹ ਜੀਵ ਜਿਹੜਾ, ਇਹ ਵਿਖਿਆ ਨਾਮ ਹੁੰਦਾ ਜ਼ਹਿਰ ਦਾ। ਜਿਹੜੇ ਵਿਕਾਰ ਜ਼ਹਿਰ ਦਾ ਰੂਪ ਨੇ, ਉਹਨਾਂ ਜ਼ਹਿਰ ਰੂਪੇ ਵਿਸ਼ਿਆਂ ਵਿੱਚ ਵਿਕਾਰਾਂ ਦੇ ਵਿੱਚ ਉਲਝਿਆ ਹੋਇਆ। ਉਲਝ ਰਹੇ ਹੋ, ਉਹਨਾਂ ਚ ਉਲਝਿਆ ਹੋਇਆ। ਨਾ ਕਾਮ ਛੁੱਟਦਾ ਹਿਰਦੇ ਚੋਂ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਹੰਕਾਰ। ਫਿਰ ਜਦੋਂ ਵਿਖਿਆ ਜਾਂ ਵਿਸ਼ਾ ਕਿਹਾ ਜਾਂਦਾ, ਵਿਸ਼ਾ ਤੇ ਵਿਸ਼ੇ ਵੀ ਫਿਰ ਜਿਹੜੇ ਅੱਗੇ ਨੇ ਉਹ 5 ਨੇ। ਸ਼ਬਦ ਸਪਰਸ਼ ਰੂਪ ਰਸ ਗੰਧ। 5 ਤੱਤਾਂ ਦੇ 5 ਵਿਸ਼ੇ ਨੇ। ਇਹਨਾਂ ਨੂੰ ਸੂਖਮ 5 ਤੱਤ ਕਹਿ ਦਿੰਦੇ ਆ। ਤੋ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਜਿਹੜੇ ਵਿਸ਼ੇ ਨੇ,
हे प्रभु, इन्हां विषयां दे नाल ਇਹ ਮਨੁੱਖ ਦਾ ਮਨ ਉਲਝਿਆ ਹੋਇਆ ਹੈ। ਮਨ ਹੈ ਵਿਆਪਤ ਅਨਕੋ ਤਰੰਗਾ। ਇਸ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਤਰੰਗਾਂ ਨਾਲ ਇਹ ਮਨ ਜਿਹੜਾ ਉਲਝ, ਇਹ ਮਨ ਦੇ ਵਿੱਚ ਕਈ ਤਰੰਗਾਂ ਉਪਜਦੀਆਂ ਨੇ। ਮਨ ਨਾਮ ਹੀ ਤਰੰਗਾਂ ਦਾ ਹੈ। ਇੱਕ ਤਰੰਗ ਉੱਠਦੀ, ਇੱਕ ਫੁਰਨਾ ਉੱਠਦਾ ਤਾਂ ਉਹ ਹਲੇ ਸਮਾਪਤ ਨਹੀਂ ਹੁੰਦਾ, ਤੇ ਦੂਜੀ ਤਰੰਗ ਕਦੇ ਸਮੁੰਦਰ ਵਿੱਚ ਖਲੋਵੋ, ਹਾਲੇ ਇੱਕ ਲਹਿਰ ਕਿਨਾਰੇ ਵੱਲ ਆ ਰਹੀ ਹੁੰਦੀ, ਇੰਨੇ ਨੂੰ ਪਿੱਛੇ ਉਹ ਹਾਲੇ ਕਿਨਾਰੇ ਤੱਕ ਪਹੁੰਚੀ ਨਹੀਂ ਹੁੰਦੀ, ਦੂਜੀ ਫੇਰ ਪਿੱਛੋਂ ਉਠਾਉਂਦੀ। ਸਾਡੇ ਮਨ ਦੀ ਦਸ਼ਾ ਐਸੀ। ਸਾਡੇ ਇਸ ਮਨ ਨੂੰ ਕਈ ਤਰ੍ਹਾਂ ਦੀਆਂ ਤਰੰਗਾਂ ਜਿਹੜੀਆਂ ਨੇ ਉਹ ਵਿਆਪਤ ਹੁੰਦੀਆਂ। ਮਨ ਹੈ ਵਿਆਪਤ ਅਨਕ ਤਰੰਗਾ। ਕਈ ਤਰ੍ਹਾਂ ਦੀਆਂ ਤਰੰਗਾਂ ਵਿੱਚ ਸਾਡਾ ਮਨ ਹੈ ਪ੍ਰਭੂ ਉਲਝਿਆ ਹੋਇਆ। ਹਾਂਜੀ। ਮੇਰੇ ਮਨ ਆਗਮ ਅਗੋਚਰ। ਹੈ ਮੇਰੇ ਮਨ, ਉਹ ਜਿਹੜਾ ਵਾਹਿਗੁਰੂ ਹੈ ਉਹ ਅਗੰਮ ਹੈ ਤੇ ਅਗੋਚਰ ਹੈ। ਅਗੰਮ ਦਾ ਮਤਲਬ ਵੀ ਪਹੁੰਚਿਆ ਨਾ ਜਾ ਸਕੇ, ਜਿਸ ਤਾਈਂ ਕਿਉਂ ਨਹੀਂ ਪਹੁੰਚਿਆ ਜਾ ਸਕਦਾ? ਕਿਉਂਕਿ ਅਗੋਚਰ ਹੈ, ਇੰਦਰੀਆਂ ਤੋਂ ਅਤੀਤ ਹੈ। ਸਾਡੀਆਂ ਇੰਦਰੀਆਂ ਦੀ ਗਮਤਾ ਕੇਵਲ ਸਥੂਲ ਥਾਵਾਂ ਤੇ ਹੈ, ਪਰ ਸੂਖਮ ਥਾਵਾਂ ਤੇ ਤਾਂ ਸਾਡੀਆਂ ਇੰਦਰੀਆਂ ਨਹੀਂ ਪਹੁੰਚਦੀਆਂ। ਤਾਂ ਪਰਮੇਸ਼ਰ ਦਾ ਸੂਖਮ ਤੋਂ ਸੂਖਮ ਹੈ, ਉੱਥੇ ਤੱਕ ਇੰਦਰੀਆਂ ਕਿਵੇਂ ਜਾਣਗੀਆਂ? ਬਹੁਤ ਕੁਝ ਸੂਖਮ ਸਾਡੇ ਆਲੇ ਦੁਆਲੇ ਫਿਰਦਾ, ਦਿਸਦਾ ਹੀ ਨਹੀਂ, ਪਤਾ ਹੀ ਨਹੀਂ ਸਾਨੂੰ ਕਿੰਨੇ ਅਣੂ, ਕਿੰਨਾ ਕੁਝ ਇਸ ਹਵਾ ਵਿੱਚ। ਤੇ ਪਰਮਾਤਮਾ ਤਾਂ ਬਹੁਤ ਸੂਖਮ ਹੈ, ਇਸ ਕਰਕੇ ਉਹਨੂੰ ਅਗੋਚਰ ਕਿਹਾ। ਹਾਂਜੀ। ਕਤ ਪਾਈਆ ਪੂਰਨ ਪਰਮੇਸ਼ਰ। ਉਸ ਪੂਰਨ ਪਾਰ ਬ੍ਰਹਮ ਪਰਮੇਸ਼ਰ ਨੂੰ ਕਤ ਪਾਈਆ ਕਿਵੇਂ ਪ੍ਰਾਪਤ ਕਰੀਏ? ਜਿਹੜਾ ਅਗੰਮ ਹੈ, ਅਗੋਚਰ ਹੈ, ਉਸ ਨੂੰ ਪਾਈਏ ਕਿਵੇਂ? ਉਸ ਦੀ ਪ੍ਰਾਪਤੀ ਕਿਵੇਂ ਕਰੀਏ? ਰਹਾਉ ਮੋਹ ਮਗਨ ਮਹਿ ਰਹਾ ਵਿਆਪੇ। ਸਾਰੀ ਜ਼ਿੰਦਗੀ ਤਾਂ ਮੋਹ ਦੇ ਵਿੱਚ ਮਗਨ ਹੋ ਕੇ ਉਹਦੇ ਵਿੱਚ ਹੀ ਲੱਗਾ ਰਿਹਾ। ਸਾਰਾ ਜੀਵਨ ਤਾਂ ਮੋਹ ਦੇ ਵਿੱਚ, ਮਮਤਾ ਦੇ ਵਿੱਚ ਹੀ ਬਤੀਤ ਕਰ ਦਿੱਤਾ ਔਰ ਉੱਥੇ ਹੀ ਲੱਗਾ ਰਿਹਾ। ਆਤ ਤ੍ਰਿਸ਼ਨਾ ਕਬਹੂ ਨਹੀਂ ਤ੍ਰਾਪੇ। ਅੱਤ ਦੀ ਤ੍ਰਿਸ਼ਨਾ ਮਨੁੱਖ ਦੇ ਮਨ 'ਚ ਲੱਗੀ ਹੋਈ ਹੈ, ਜਿਹੜੀ ਕਦੇ ਰੱਜ ਹੀ ਨਹੀਂ ਸਕਦੀ। ਕਦੇ ਤ੍ਰਿਸ਼ਨਾ ਰੱਜੀ ਹੈ? ਕਦੇ ਕਿਸੇ ਆਕਾਸ਼ ਦਾ ਪੇਟ ਭਰਿਆ? ਤੇ ਆਕਾਸ਼ ਕਿੱਡਾ ਵੱਡਾ? ਕੋਈ ਆਕਾਸ਼ ਦੇ ਇਸ ਪੇਟ ਨੂੰ ਭਰ ਸਕਦਾ ਜਿੱਡਾ ਵੱਡਾ ਹੈ? ਕਿੰਨਾ ਕੁਝ ਹੈ ਇਹਦੇ ਵਿੱਚ। ਕਿੰਨੇ ਸੂਰਜ, ਕਿਤਨੇ ਚੰਦਰਮਾ, ਕਿਤਨੇ ਤਾਰੇ, ਕਿਤਨੀਆਂ ਧਰਤੀਆਂ, ਕਿਤਨੀਆਂ ਗਲੈਕਸੀਆਂ ਆਕਾਸ਼ ਵਿੱਚ ਨੇ। ਕੀ ਆਕਾਸ਼ ਭਰ ਜਾਂਦਾ? ਜਿਵੇਂ ਆਕਾਸ਼ ਨਹੀਂ ਭਰਿਆ ਜਾ ਸਕਦਾ, ਏਦਾਂ ਤ੍ਰਿਸ਼ਨਾ ਸ਼ਾਂਤ ਨਹੀਂ ਕੀਤੀ ਜਾ ਸਕਦੀ ਪਦਾਰਥਾਂ ਨੂੰ ਭਰਨ ਨਾਲ। ਤੇ ਸਿਆਣੇ ਤਾਂ ਇਹ ਵੀ ਕਹਿੰਦੇ ਵੀ ਆਕਾਸ਼ ਦੇ ਢਿੱਡ ਨੂੰ ਭਾਵੇਂ ਕੋਈ ਭਰ ਲਵੇ, ਪਰ ਤ੍ਰਿਸ਼ਨਾ ਦਾ ਢਿੱਡ ਭਰਨਾ ਔਖਾ ਹੈ। ਅੱਗ ਹੈ, ਅੱਗ ਦੇ ਵਿੱਚ ਬਾਲਣ ਪਾਇਆ, ਕਦੇ ਅੱਗ ਬੁਝਦੀ ਹੈ? ਜਿੰਨਾ ਬਾਲਣ ਪਾਈ ਜਾਓਗੇ ਵੀ ਹੁਣ ਅੱਗ ਦਾ ਢਿੱਡ ਭਰ ਦਈਏ ਅਸੀਂ, ਬਾਲਣ ਪਾ ਪਾ ਕੇ ਸਾਰੀ ਬਨਸਪਤੀ ਸਾੜ ਕੇ ਪਾ ਦਿਓ, ਅੱਗ ਦਾ ਢਿੱਡ ਨਹੀਂ ਭਰਨਾ। ਅੱਗ ਦਾ ਢਿੱਡ ਕਦੋਂ ਭਰਨਾ? ਇਹਨੇ ਸ਼ਾਂਤ ਕਦੋਂ ਹੋਣਾ? ਜਦੋਂ ਉੱਤੇ ਪਾਣੀ ਦਾ ਤਰੋਂਕਾ ਮਾਰਿਆ ਜਾਣਾ। ਪਾਤਸ਼ਾਹ ਕਹਿੰਦੇ ਅਤ ਤ੍ਰਿਸ਼ਨਾ, ਅਤੀ ਤ੍ਰਿਸ਼ਨਾ ਜਿਹੜੀ ਅੱਤ ਦੀ, ਕਬ ਹੋ ਨਹੀਂ ਤਰਾਪੇ, ਕਦੇ ਨਹੀਂ ਰੱਜ ਸਕਦੀ। ਇਹ ਕਦੇ ਕਿਸੇ ਪਦਾਰਥਾਂ ਦੇ ਨਾਲ ਇਹ ਕਦੇ ਸ਼ਾਂਤ ਨਹੀਂ ਹੋ ਸਕਦੀ। ਜਿਤਨੇ ਪਦਾਰਥ ਹੋਣਗੇ ਹੋਰ ਵੱਧਦੀ ਚਲੀ ਜਾਏਗੀ। ਹਾਂਜੀ। ਬਸੈ ਕਰੋਧ ਸਰੀਰ ਚੰਡਾਰਾ। ਮਹਾਰਾਜ ਜੀ ਕਹਿੰਦੇ ਕ੍ਰੋਧ ਰੂਪੀ ਚੰਡਾਲ ਉਹ ਇਹਦੇ ਸਰੀਰ ਵਿੱਚ ਵਸਦਾ। ਉਦਾਂ ਕਹਿੰਦਾ ਵੀ ਮੈਂ ਸੁੱਚਾ ਚੌਂਕਾ ਬਣਾਇਆ, ਆਲੇ ਦੁਆਲੇ ਕਾਰ ਕੱਢੀ ਹੋਈ ਆ, ਕਿਸੇ ਚੰਡਾਲ ਨੂੰ, ਕਿਸੇ ਨੀਵੀਂ ਬਰਾਦਰੀ ਵਾਲੇ ਨੂੰ ਨੇੜੇ ਨਹੀਂ ਆਉਣ ਦੇਣਾ। ਤੇ ਸਾਹਿਬ ਕਹਿੰਦੇ ਜਿਹੜੇ ਆ ਆਪਣੇ ਅੰਦਰ ਪਾਲੀ ਬੈਠਾ,
ਕਬੁੱਧ ਡੁੰਮਣੀ ਕੋ ਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਚੰਡਾਲ। ਕਾਰੀ ਕੱਢੀ ਕਿਆ ਥੀਐ, ਜਾਂ ਚਾਰੇ ਬੈਠੀਆਂ ਨਾਲ। ਕਬੁੱਧ ਡੁੰਮਣੀ ਕੋ ਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਚੰਡਾਲ। ਚਾਰ ਚੀਜ਼ਾਂ ਇਹ ਜੇ ਤੇਰੇ ਅੰਦਰ ਨੇ ਤੇ ਫਿਰ ਤੂੰ ਕਾਰਾਂ ਕੱਢ ਕੇ ਆਲੇ ਦੁਆਲੇ ਚੌਂਕੇ ਦੇ ਕਹੇ ਵੀ ਮੇਰਾ ਅੰਨ ਨਾ ਪਿੱਟਿਆ ਜੇ ਕਿਤੇ ਨਾ। ਪਾਤਸ਼ਾਹ ਕਹਿੰਦੇ ਜਿਹੜੀ ਅੰਦਰ ਪਾਲ ਕੇ ਬੈਠਾ ਅੰਦਰ। ਬਸੈ ਕ੍ਰੋਧ ਸਰੀਰ ਚੰਡਾਰਾ, ਕ੍ਰੋਧ ਰੂਪੀ ਚੰਡਾਲ ਜੋ ਇਹਦੇ ਹਿਰਦੇ ਵਿੱਚ ਵਸਦਾ ਹੈ। ਅਗਿਆਨ ਨਾ ਸੂਝੈ ਮਹਾ ਗੁਬਾਰਾ, ਇਹ ਅਗਿਆਨ ਦੇ ਵਿੱਚ ਇਹੋ ਜਿਹਾ ਲੱਗਾ ਹੋਇਆ, ਗਵਾਰ ਨਾ ਸਮਝ ਬੇਵਕੂਫ ਬੰਦਾ ਵੀ ਇਹਨੂੰ ਕੁਝ ਸੁਝਦਾ ਹੀ ਨਹੀਂ। ਅਗਿਆਨਤਾ ਵਿੱਚ ਔਰ ਇਹਨੂੰ ਕੁਝ ਸੁਝਦਾ ਨਹੀਂ ਹੈ। ਭ੍ਰਮਤ ਵਿਆਪਤ ਜਰੀ ਕਵਾਰਾ, ਕਹਿੰਦੇ ਭਰਮ ਦੇ ਵਿੱਚ ਪਿਆ ਹੋਇਆ। ਭਰਮ ਇਹਨੂੰ ਵਿਆਪਦੇ ਨੇ। ਜਿਹੜੇ ਭਰਮ ਵਿਆਪਦੇ ਨੇ ਇਹ ਸਮਝ ਲਓ ਵੀ ਕਵਾੜ ਜੜੇ ਹੋਏ ਨੇ। ਜਰੇ ਕਵਾੜ, ਕਵਾੜ ਦਾ ਮਤਲਬ ਦਰਵਾਜ਼ੇ ਭਿੜੇ ਹੋਏ ਨੇ ਇਹਦੇ ਅੰਦਰ। ਰੱਬ ਦੇ ਘਰ ਦੇ ਦਰਵਾਜ਼ੇ ਨੇ ਭੇੜ ਦਿੱਤੇ ਨੇ, ਆਪ ਹੀ ਭੇੜੇ ਹੋਏ ਨੇ। ਨਿਰੰਕਾਰ ਦੇ ਮਹਿਲ ਦੇ ਦਰਵਾਜ਼ੇ ਨੇ ਭਰਮ ਕਰਕੇ ਆਪ ਹੀ ਜੜੇ ਹੋਏ ਨੇ। ਆਪ ਹੀ ਕਹਿੰਦੇ ਭਰਮ ਦੇ ਵਿੱਚ ਲੱਗਾ ਹੋਇਆ, ਔਰ ਵਾਹਿਗੁਰੂ ਦੇ ਦਰ ਘਰ ਦੇ ਦਰਵਾਜ਼ੇ ਨੇ ਆਪ ਹੀ ਭੇੜੇ ਹੋਏ ਜੜੇ ਹੋਏ ਨੇ। ਜਾਣ ਨਾ ਪਾਈਐ ਪ੍ਰਭ ਦਰਬਾਰਾ, ਜਦੋਂ ਦਰਵਾਜ਼ੇ ਹੀ ਜੜੇ ਹੋਏ ਨੇ, ਬੰਦ ਨੇ, ਤੇ ਪ੍ਰਭੂ ਦੇ ਦਰਬਾਰ ਕਿਵੇਂ ਜਾਣਾ ਪਾਵੇ? ਕਿਵੇਂ ਪਹੁੰਚੇ ਉੱਥੇ ਭਾਈ? ਇਸ ਕਰਕੇ ਭਰਮ ਦੇ ਬੱਜਰ ਕਪਾਟ ਖੋਲਣ ਦੀ ਗੱਲ ਗੁਰਬਾਣੀ ਚ ਸਾਹਿਬ ਨੇ ਕੀਤੀ। ਜਦੋਂ ਇਹ ਭਰਮ ਦੇ ਬੱਜਰ ਕਪਾਟ ਖੁੱਲਦੇ ਨੇ ਤਾਂ ਪ੍ਰਭੂ ਦੇ ਦਰਬਾਰ ਦੇ ਵਿੱਚ ਪ੍ਰਵੇਸ਼ਤਾਈ ਹੁੰਦੀ ਹੈ। ਫਿਰ ਪ੍ਰਭੂ ਦੇ ਦਰਬਾਰ ਦੇ ਵਿੱਚ ਥਾਂ ਪ੍ਰਾਪਤ ਹੁੰਦੀ। ਤਾਂ ਮਹਾਰਾਜ ਜੀ ਕਹਿੰਦੇ ਦਰਸ਼ਨ ਦੀਜਾ ਖੋਲ ਕੇ ਵਾਰ, ਬੇਨਤੀਆਂ ਕੀਤੀਆਂ। ਮਹਾਰਾਜ ਖੋਲੋ ਦਰਵਾਜ਼ਾ ਭਰਮ ਦਾ ਸਾਡਾ, ਜਿਹੜਾ ਅਸੀਂ ਆਪ ਹੀ ਭੇੜੀ ਬੈਠੇ ਆ, ਕਿਉਂਕਿ ਭਰਮ ਤੁਹਾਡੀ ਕਿਰਪਾ ਬਿਨਾਂ ਨਹੀਂ ਦੂਰ ਹੋਣਾ। ਮਹਾਰਾਜ ਭਰਮ ਦੇ ਦਰਵਾਜ਼ੇ ਖੋਲੋ ਤੇ ਦਰਸ਼ਨ ਦਿਓ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਕਹਿੰਦੇ ਜਦੋਂ ਇਹ ਭਰਮ ਦੇ ਦਰਵਾਜ਼ੇ ਖੋਲੇ ਤਾਂ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਪ੍ਰਵੇਸ਼ਕਾ ਹੋਣੀ, ਵਰਨਾ ਕਹਿੰਦੇ ਐਸਾ ਨਹੀਂ ਹੋ ਸਕਦਾ। ਹਾਂਜੀ, ਆਸਾ ਅੰਦੇਸਾ ਬੰਧ ਪਰਾਨਾ, ਆਸਾ ਤੇ ਅੰਦੇਸਾ। ਅੰਦੇਸਾ ਦਾ ਮਤਲਬ ਹੁੰਦਾ ਡਰ, ਸਹਿਮ, ਭੈ। ਕਹਿੰਦੇ ਉਹਦੇ ਵਿੱਚ ਇਹਦੇ ਪ੍ਰਾਣ ਬੰਨੇ ਹੋਏ ਨੇ। ਹਾਂਜੀ, ਮਹਿਲ ਨਾ ਪਾਵੈ ਫਿਰਤ ਬਿਗਾਨਾ, ਇਹਨੂੰ ਆਪਣਾ ਮਹਿਲ ਨਹੀਂ ਮਿਲਦਾ। ਜਿਹੜਾ ਇਹਦਾ ਆਪਣਾ ਮਹਿਲ ਹੈ ਤੇ ਬਗਾਨਾ ਜਿਹਾ ਹੋਇਆ ਫਿਰਦਾ, ਕਦੇ ਕਿੱਥੇ ਧੱਕੇ ਖਾਂਦਾ, ਕਦੇ ਕਿਹੜੀ ਜੂਨੀ 'ਚ, ਕਦੇ ਕਿਹੜੀ ਜੂਨੀ 'ਚ। ਕਿਉਂਕਿ ਮਹਿਲ ਆਪਣਾ ਮਿਲਦਾ ਨਹੀਂ ਇਹਨੂੰ, ਸਰੂਪ ਆਪਣਾ ਪ੍ਰਾਪਤ ਨਹੀਂ ਹੁੰਦਾ, ਤੇ ਬਗਾਨੀਆਂ ਜੋਨੀਆਂ ਦੇ ਵਿੱਚ ਪਿਆ ਭਟਕਦਾ। ਹਾਂਜੀ, ਸਗਲ ਬਿਆਦ ਕੈ ਵਸ ਕਰ ਦੀਨਾ, ਕਹਿੰਦੇ ਇਸ ਜੀਵ ਨੂੰ, ਇਸ ਮਨ ਨੇ ਸਾਰੀਆਂ ਵਿਆਧੀਆਂ ਦੇ ਵਸ ਕਰ ਦਿੱਤਾ ਹੋਇਆ। ਇਸ ਮਨ ਨੇ, ਇਸ ਜੀਵ ਨੂੰ ਜਿੰਨੀਆਂ ਵਿਆਧੀਆਂ ਨੇ ਸੰਸਾਰ ਦੀਆਂ, ਉਹਨਾਂ ਦੇ ਵਸ ਕੀਤਾ ਹੋਇਆ। ਫਿਰਤ ਪਿਆਸ ਜਿਉ ਜਲ ਬਿਨ ਮੀਨਾ, ਪਿਆਸਾ ਹੋਇਆ ਫਿਰਦਾ, ਤੜਫਦਾ ਫਿਰਦਾ ਸੰਸਾਰ ਵਿੱਚ ਮਨਮੁਖ ਬੰਦਾ, ਜਿਵੇਂ ਮੱਛੀ ਪਾਣੀ ਬਿਨਾਂ ਤੜਫਦੀ ਹੈ, ਏਦਾਂ ਤੜਫਦਾ ਫਿਰਦਾ, ਪਿਆਸਾ ਹੋਇਆ। ਕਛੂ ਸਿਆਨਪ ਉਕਤ ਨਾ ਮੂਰੀ, ਕਹਿੰਦੇ ਹੁਣ ਅਰਦਾਸ ਕਰੋ ਉਸ ਵਾਹਿਗੁਰੂ ਅੱਗੇ। ਜਦੋਂ ਤੁਹਾਨੂੰ ਇਹ ਸਮਝ ਆ ਜਾਏ ਸਾਰੀਆਂ ਗੱਲਾਂ ਉੱਪਰਲੀਆਂ ਵੀ ਸਾਡੀ ਇਹ ਦਸ਼ਾ, ਤਾਂ ਫਿਰ ਅਰਦਾਸ ਕਰੋ, ਹੇ ਪ੍ਰਭੂ ਮੇਰੀ ਕੋਈ ਸਿਆਣਪ ਨਹੀਂ, ਕੋਈ ਉਕਤੀ ਨਹੀਂ,
कछु सियानप युक्त न मोरी। ना मेरे कोल कोई सियानप है, ना मेरे कोल कोई उक्ति जुगती है। एक आस ठाकुर प्रभ तोरी। हे मेरे रब जी, मैनू बस एक आस है तुहाडी, एक आस तुहाडी है। और आस इतनी प्रबल है कि सारा शरीर भावें पिंजरा हो गया, पर वो आस हाले भी इतनी प्रबल है कि कागे नूं कहंदे है, ना वे कागा इन्हां अखां नूं ना चुंडी, क्योंकि हाले मेरे पिर नूं वेखण दी मेरे अंदर आस बनी हुई है। फरीदा कागा करंग ढंडोलिया, सगला खाया मास, ए दोए नैना मत छूहो, फिर देखण की आस। हे प्रभु, एक आस तेरी है और ये आस बड़ी प्रबल है। हाँ जी, करो बेनती संतन पासे। सतपुरुषां पास, रब दे प्यारियां पास मैं बेनती करदा हां। मील लहो नानक अरदासे। मेरी अरदास है, हे प्रभु मैनू मेल लो अपने नाल, विछड़े होए नू मेल लो। महाराज, मेरी ये अरदास तुहाडे चरणां विच है। भयो कृपाल साध संग पाया। पर पहले रहाओ दे विच सवाल करके आए ने सतगुरु, कत पाईया पूरन परमेश्वर। पूर्ण परमेश्वर नूं किवें पाईए? वो अगम ते अगोचर है। ये सवाल उत्ते रहाओ च पहले च करके आए ने। इस अष्टपदी च दो रहाओ ने। तकरीबन जदों दो रहाओ आउंदे आ गुरबाणी च किसी शब्द विच, पहले रहाओ च सवाल हुंदा, दूजे च जवाब हुंदा। तकरीबन उत्ते सवाल करके आए ने, किवें पाईए परमेश्वर नूं फिर जे अगम ते अगोचर है। ते दूजे रहाओ च जवाब दिंदे आ, भायो किरपाल साध संग पाया। कहंदे भाई, जदों पार ब्रह्म परमेश्वर किरपाल होया, किरपा दे घर विच आया, ते साध संगत विच आके असीं उस रब दी प्राप्ति कर ली। उपर कह आए किवें पाईए, ते इत्थे दस दिता साध संगत राही प्राप्त हुंदा है। जदों वाहिगुरु परमेश्वर जी किरपा दे घर विच आए तां तिन्हां ने साध संगत दे नाल मेल कराया, साध संगत प्राप्त होई। नानक तृप्ति पूरा पाया। साध संगत विच आके धन गुरु अर्जन देव साहब जी कहंदे असीं तृप्त हो गए। किवें तृप्त होए? क्योंकि पूर्ण पार ब्रह्म परमेश्वर दे स्वरूप दी प्राप्ति कर ली। उत्ते कह आए सन भी अत तृष्णा कबहू नहीं त्रापे, अति तृष्णा रजदी नहीं है। इत्थे कहंदे आ रज जांदी है। कदों? जदों अकाल पुरख परमेश्वर दे स्वरूप नूं प्राप्त कर लईए, फिर तृष्णा बुझ जांदी है। रहाओ दूजा। दूसरा रहाओ जिहदे विच महाराज जी ने पावन बचन उचारण कीते ने। सतगुरु जी की बाणी अगाध बोध है। विचारा करदियां होइयां भुल्लां चुकां दी खिमा करनी, अरदास करनी सतगुरु जी अगाह वास्ते सद बुद्धि और समत प्रदान करन। वाहिगुरु 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 वाहिगुरु। हरजू राख ले हो पत मेरी, हरजू राख ले हो पत मेरी। हरजू राख ले हो पत मेरी, हरजू राख ले हो पत मेरी। हरजू राख ले हो पत मेरी, हरजू राख ले हो पत मेरी। हरजू राख ले हो पत मेरी, हरजू राख ले
ਪਤ ਮੇਰੀ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ